हाँ जी नमस्कार जी, स्वागत है ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਟੀਚਿੰਗ ਗੁਰੂ ਦੇ ਉੱਤੇ। ਤਾਂ ਅੱਜ ਆਪਾਂ ਇਸ ਤੋਂ ਪਹਿਲਾਂ ਆਪਾਂ 150 ਕੁਐਸਚਨ ਕਰ ਚੁੱਕੇ ਹਾਂ ਤੇ ਆਪਾਂ ਅੱਗੇ ਜਿਹੜੇ ਹੈਗੇ ਨੇ 155 ਤੋਂ ਅੱਜ ਅੱਗੇ ਨੈਕਸਟ ਕੁਐਸਚਨ ਸ਼ੁਰੂ ਕਰਨ ਵਾਲੇ ਹਾਂ। ਇੰਡਸਟਰੀਅਲ ਪ੍ਰੋਮੋਸ਼ਨ ਐਂਡ ਡਿਵੈਲਪਮੈਂਟ ਦੇ ਜਿਹੜੇ ਹੈਗੇ ਨੇ ਆਪਣਾ ਟੌਪਿਕ ਹੈ ਉਹ ਆਪਾਂ ਨੇ ਸਟਾਰਟ ਕੀਤਾ ਹੋਇਆ ਤੇ ਅੱਜ ਦੇ ਪਾਰਟ ਦੇ ਵਿੱਚ ਕੰਪਲੀਟ ਹੋ ਜੂਗੀ ਵੀਡੀਓ। ਤਿੰਨ ਪਾਰਟ ਨੇ ਇਹਦੇ, ਫਸਟ ਸੈਕੰਡ ਐਂਡ ਇਹ ਥਰਡ ਪਾਰਟ ਹੈ। ਫਸਟ ਦੇ ਵਿੱਚ 1 ਤੋਂ 50 ਕੁਐਸਚਨ ਕੀਤੇ ਸੀਗੇ, 50 ਤੋਂ 150 ਸੈਕੰਡ ਪਾਰਟ ਸੀਗਾ ਤੇ ਹੁਣ 150 ਤੋਂ ਅੱਗੇ ਆਪਾਂ ਥਰਡ ਪਾਰਟ ਦੇ ਵਿੱਚ ਕਵਰ ਕਰਨ ਵਾਲੇ ਹਾਂ। ठीक है जी, चलो वीडियो ਨੂੰ ਸ਼ੁਰੂ ਕਰਦੇ ਹਾਂ। ਤੇ ਨੈਕਸਟ ਕੁਐਸਚਨ ਹੈ 156 ਕੀ ਕਹਿੰਦਾ ਹੈ ਐਜ਼ ਪਰ ਫੈਕਟਰੀ ਐਕਟ ਅ ਫੈਕਟਰੀ ਡਜ਼ ਨਾਟ ਇਨਕਲੂਡ ਵਿਚ ਅਮੰਗ ਦੀ ਫਲੋਇੰਗ। ਫੈਕਟਰੀ ਐਕਟ ਦੇ ਅਕੋਰਡਿੰਗ ਇਹਨਾਂ ਵਿੱਚੋਂ ਕਿਹੜੀ ਜਿਹੜੀ ਚੀਜ਼ ਹੈ ਉਹ ਫੈਕਟਰੀ ਐਕਟ ਦੇ ਅੰਡਰ ਜਿਹੜੀ ਹੈਗੀ ਹੈ ਨਹੀਂ ਇਨਕਲੂਡ ਕੀਤੀ ਜਾਂਦੀ। ਤਾਂ ਇਹਦਾ ਜਿਹੜਾ ਕਰੈਕਟ ਆਨਸਰ ਹੈ ਉਹ ਕੀ ਹੈ, ਰੇਲਵੇ ਰਨਿੰਗ ਸ਼ੈੱਡ। ਠੀਕ ਹੈ, ਇਹ ਰੇਲਵੇ ਰਨਿੰਗ ਸ਼ੈੱਡ ਜਿਹੜਾ ਹੈਗਾ ਇਹ ਨਹੀਂ ਕੀਤਾ ਜਾਂਦਾ। ਠੀਕ ਹੈ ਜੀ, ਉਸ ਤੋਂ ਬਾਅਦ ਕੀ ਹੈ ਨੈਕਸਟ ਹੈ 157 ਕੀ ਕਹਿ ਰਿਹਾ ਐਜ਼ ਪਰ ਫੈਕਟਰੀ ਐਕਟ ਡੈਸ਼ ਆਫ ਫੈਕਟਰੀ ਮੀਨਸ ਦਾ ਪਰਸਨ ਹੂ ਹੈਜ਼ ਅਲਟੀਮੇਟ ਕੰਟਰੋਲ ਓਵਰ ਦੀ ਅਫੇਅਰ ਆਫ ਦੀ ਫੈਕਟਰੀ। ਕਿਹਦੇ ਹੱਥ 'ਚ ਹੁੰਦੇ ਨੇ ਇਹ, ਕਿਹਦੇ ਮਤਲਬ ਸਾਰੇ ਜਿਹੜੇ ਕੰਟਰੋਲਸ ਨੇ ਇਹ ਕਿਹਦੇ ਹੱਥ 'ਚ ਹੁੰਦੇ ਨੇ, ਤਾਂ ਇਹ ਹੁੰਦੇ ਨੇ ਆਕੂਪਾਇਰ ਦੇ, ਜਿਹਦੀ ਕੰਪਨੀ ਹੈ। ਠੀਕ ਹੈ ਜੀ, ਉਸ ਤੋਂ ਬਾਅਦ ਦਾ ਇੰਡਸਟਰੀਅਲ ਪੀਸ ਇਜ਼ ਸਿਕਿਉਰਡ ਥਰੂ ਵਲੰਟਰੀ ਡੈਸ਼ ਐਂਡ ਕੰਪਲਸਰੀ ਡੈਸ਼। ਪੀਸ ਕੀ ਹੁੰਦਾ, ਸ਼ਾਂਤੀ। ਇੰਡਸਟਰੀ ਦੇ ਵਿੱਚ ਸ਼ਾਂਤੀ ਪ੍ਰਥਾ ਜਿਹੜੀ ਹੈਗੀ ਹੈ ਬਣਾ ਕੇ ਰੱਖਣੀ। ਠੀਕ ਹੈ, ਇਹ ਕਿਹਦੇ ਵਿੱਚ ਆਉਂਦਾ ਤਾਂ ਇਹ ਜਿਹੜੇ ਹੈਗੇ ਨੇ ਇਹ ਆਉਂਦੇ ਨੇ ਇਨਵੋਲੰਟਰੀ ਨੈਗੋਸ਼ੀਏਸ਼ਨ ਐਂਡ ਕੰਪਲਸਰੀ ਐਡਜੁਡਿਕੇਸ਼ਨ। ਇਹਦਾ ਕੀ ਮਤਲਬ ਹੁੰਦਾ ਹੈ, ਇਹਦਾ ਮਤਲਬ ਹੁੰਦਾ ਹੈ ਕਿ ਫਾਰਮਲ ਜਜਮੈਂਟ, ਇੱਕ ਫਾਰਮਲ ਜਜਮੈਂਟ ਹੁੰਦੀ ਹੈ ਕਿ ਕਿਹਦੇ ਉੱਤੇ ਕੋਈ ਵੀ ਡਿਸਪਿਊਟ ਹੋ ਰਿਹਾ ਜੇਕਰ ਫੈਕਟਰੀ ਦੇ ਵਿੱਚ ਉਹਦੇ ਉੱਤੇ। ਠੀਕ ਹੈ ਨਾ, ਕੀ ਹੈ ਫਿਰ ਵਲੰਟਰੀ ਨੈਗੋਸ਼ੀਏਸ਼ਨ ਤੇ ਕੰਪਲਸਰੀ ਐਡਜੁਡਿਕੇਸ਼ਨ। ਐਡਜੁਡਿਕੇਸ਼ਨ ਦਾ ਇੱਕ ਫਾਰਮਲ ਜਜਮੈਂਟ ਔਨ ਡਿਸਪਿਊਟਡ ਮੈਟਰ ਦੇ ਉੱਤੇ। ਠੀਕ ਹੈ ਜੀ, ਨੈਕਸਟ ਕੁਐਸਚਨ ਦੇਖਦੇ ਹਾਂ ਆਪਾਂ 159 The Factory Act imposes the following obligation upon the employer in regard to his workers। ਕਿਹੜੇ ਫੈਕਟਰੀ ਇਹਦੇ ਵਿੱਚ ਕਿਹੜੇ ਨੋਰਮਸ ਨੇ ਕਿ ਜਿਹੜੇ ਇੰਪੋਜ਼ ਕੀਤੇ ਜਾਂਦੇ ਨੇ ਇੰਪਲੋਇਰ ਅਪੋਨ ਦੀ ਇੰਪਲੋਇਰ ਇਨ ਰਿਗਾਰਡਸ ਟੂ ਦੀ ਵਰਕਰ ਦੇ। ਤਾਂ 159 ਦਾ ਕਰੈਕਟ ਆਨਸਰ ਕੀ ਹੈ, ਸਾਰੀ ਨੇ, ਹੈਲਥ ਵੀ, ਸੇਫਟੀ ਵੀ, ਵੈਲਫੇਅਰ ਵੀ, ਇਨ ਸਾਰਿਆਂ ਦਾ ਧਿਆਨ ਜਿਹੜਾ ਹੈਗਾ ਉਹ ਰੱਖਣਾ ਪੈਂਦਾ। ਨੈਕਸਟ ਕੁਐਸਚਨ ਹੈ 160 ਹੈ, a worker employed in a carriage works pre-employer has demanded to change the working day from 6 day to 5 day few without reducing it। ਇਹ ਕੀ ਕਹਿੰਦਾ ਕਿ ਸਾਡੇ ਜਿਹੜੇ ਦਿਨ ਨੇ 6 ਦਿਨ ਤੋਂ 5 ਦਿਨ ਕੀਤੇ ਜਾਣ ਤੇ ਜਿਹੜਾ ਟੋਟਲ ਵਿਦਆਊਟ ਯਾਨੀ ਕਿ ਜਿਹੜਾ ਟੋਟਲ ਵਰਕਿੰਗ ਜਿਹੜਾ ਆਰ ਹੈ ਉਹ ਨਾ ਘਟਾਇਆ ਜਾਵੇ। ਤਾਂ ਇਹ ਕੀ ਹੋ ਸਕਦਾ ਹੈ, ਤਾਂ ਨਹੀਂ, ਐਵੇਂ ਨਹੀਂ ਹੋ ਸਕਦਾ ਕਿਉਂਕਿ 9 ਘੰਟੇ ਤੋਂ ਜ਼ਿਆਦਾ ਤੁਸੀਂ ਫੈਕਟਰੀ ਦੇ ਵਿੱਚ ਜਿਹੜਾ ਹੈਗਾ ਕੰਮ ਹੈ ਉਹ ਨਹੀਂ ਕਰ ਸਕਦੇ। ਅੱਗੇ ਓਵਰਟਾਈਮ ਤੇ ਕੁਐਸਚਨ ਹੈ ਕਿ ਓਵਰਟਾਈਮ ਜਿਹੜਾ ਸੈਕਸ਼ਨ 59 ਇਹ ਫੈਕਟਰੀ ਐਕਟ ਦੇ ਅਕੋਰਡਿੰਗ ਦਿੱਤਾ ਗਿਆ ਫੈਕਟਰੀ ਐਕਟ 1948। ਸੋ ਸਟਾਫ ਗਵਰਨਰੀ ਸੇਮ ਸ਼ੁੱਡ ਬੀ ਕੈਲਕੂਲੇਟਡ ਔਨ, ਜਿਹੜਾ ਉਹਦਾ ਐਕਸਟਰਾ ਵਰਕ ਹੋਊਗਾ ਉਹ ਕਦੋਂ ਮਤਲਬ ਕਿਵੇਂ ਕੈਲਕੂਲੇਟ ਹੁੰਦਾ ਹੈ, ਉਹ ਡੇਲੀ ਬੇਸਿਸ ਤੇ ਜਿਹੜਾ ਹੈਗਾ ਉਹ ਕੈਲਕੂਲੇਟ ਕੀਤਾ ਜਾਂਦਾ ਹੈ। ਠੀਕ ਹੈ ਜੀ, ਜਾਂ ਫਿਰ ਡੇਲੀ ਬੇਸਿਸ ਔਰ ਵੀਕਲੀ ਬੇਸਿਸ ਵਿਚ ਐਵਰ ਇਜ਼ ਮੋਰ ਫੇਵਰੇਬਲ ਟੂ ਦ EMPLOYE। ਕੁਐਸਚਨ ਦੇ ਵਿੱਚ ਉਹਦੇ ਪੇਪਰ ਦੇ ਵਿੱਚ ਇਹ ਵੀ ਆਪਸ਼ਨ ਆ ਸਕਦੀ ਹੈ, ਤੁਸੀਂ ਇਸ ਤੇ ਵੀ ਟਿਕ ਲਾ ਕੇ ਆ ਸਕਦੇ ਹੋ। ਡੇਲੀ ਬੇਸਿਸ ਜਾਂ ਫਿਰ ਵੀਕਲੀ ਬੇਸਿਸ ਜਿਹੜਾ ਵੀ ਪ੍ਰੈਫਰੇਬਲ ਹੋਊਗਾ EMPLOYE ਨੂੰ। ਠੀਕ ਹੈ, EMPLOYE ਦੀ ਜਿਹੜੀ ਹੈਗੀ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਨੂੰ ਜਿਹੜਾ ਵੀ ਸੁਟੇਬਲ ਕੰਡੀਸ਼ਨ ਲੱਗੂਗੀ। ਠੀਕ ਹੈ, 162 क्वेश्चन की है द प्रोविजन ऑफ सेक्शन 46 ऑफ द फैक्ट्री एक्ट 1948 इम्पोज स्टैट्यूटरी ऑब्लिगेशन ऑन रेलवे एडमिनिस्ट्रेशन टू प्रोवाइड द मेंटेन कैंटीन शेल्टर। यानी कि ਜਿਹੜੇ ਵੀ ਰੇਲਵੇ ਐਡਮਿਨਿਸਟ੍ਰੇਸ਼ਨ ਹੈ ਉਹਨੂੰ ਮਤਲਬ ਕਿਹੜੇ ਫਾਰਮ ਨੰਬਰ ਦੱਸਣਾ, ਕਿਹੜੇ ਦੇ ਵਿੱਚ ਕਿਹਾ ਕਿ ਕੰਟੀਨ ਮੇਨਟੇਨ ਕਰਕੇ ਰੱਖਣਾ ਹੈ, ਸ਼ੈਲਟਰ, ਐਕਸੀਡੈਂਟ ਫਾਰਮ, ਇਹ ਸਾਰੇ ਬਿਫੋਰ 31 ਜਨਵਰੀ ਤੋਂ ਪਹਿਲਾਂ ਇਹਨਾਂ ਦੇ ਜਿਹੜੇ ਸਾਰੇ ਫਾਰਮਸ ਨੇ ਹੋਣੇ ਚਾਹੀਦੇ ਨੇ ਤੁਹਾਡੇ ਕੋਲ। ਤਾਂ ਇਹਦੇ ਵਿੱਚ ਕਿਹਾ ਗਿਆ ਨਹੀਂ ਸੋਰੀ ਇੱਥੋਂ ਨੈਕਸਟ ਕੁਐਸਚਨ ਹੈ ਇਹ ਮੇਨਟੇਨ ਕੈਂਟੀਨਸ। ਉਸ ਤੋਂ ਬਾਅਦ ਨੈਕਸਟ ਇੱਧਰ ਆ ਗਿਆ 162 ਦਾ कैंटीन इन रेलवे एस्टैबलिशमेंट आर गवर्नड बाय द फैक्ट्री एक्ट इंप्लॉय मोर दैन किन्ने बंदे जेकर उत्थे ज़्यादा तो उत्थे कैंटीन जी खोलनी है वो होनी चाहिए है। जेकर 250 वर्कर किसी फैक्ट्री के काम कर रहे हैं, ठीक है, तो उत्थे कैंटीनस जिहड़ियां हैगियां ने रेलवे दे विच जेकर काम करन तां उत्थे कैंटीनस वगैरह ये होनी चाहिए ने। हुण जिहड़ा वीक डे है आपां नहीं कहंदे भी 7 दिन जिहड़ा हैगा काम करना, तां वीक डे कद तों शुरू हुंदा है, वो मंडे तो जिहड़ा हैगा वीक डे वो शुरू किया जाता है। एज पर दी एक्ट ए परसन हू हैज़ नॉट कंप्लीटेड, जिन्हें अपनी 15 साल की उम्र अजे कंप्लीट नहीं की उन्होंने आप की कहांगे, उन्होंने आप कहांगे चाइल्ड। ठीक है, हुण देखो टीने अडल्ट हुंदा 18 तो प्लस वाला, ठीक है, जिन्हें 18 तो उपर कर लिया वो अडल्ट हो गया, 15 तो नीचे वाला चाइल्ड है, 15 तो 18 के विच अडोलसेंट है। एज पर दी एक्ट द फ्लोर ऑफ एवरी रूम शुड बी क्लीनड वंस इन अ वीक, यानी कि हफ्ते के विच एक बार जिहड़ा हैगा क्लीन जिहड़ा रूम है वो साफ होना चाहिए। मिनिमम वेजिस एक्ट अडल्ट कौन होंदा जिन्हें अपनी उम्र 18 साल तो पार कर ली उन्होंने अडल्ट मन्निया जाऊगा। द लेबर और इंडस्ट्रीयल प्रॉब्लम कद तो जिहड़ियां हैगियां ने यानी कि एक्सीडेंट वगैरह हो गए, ठीक है, टैक्नोलॉजी नवीं ये कद तो लागू हुई 20वीं सेंचुरी तो।
ਓਬਲੀਗੇਸ਼ਨਸ ਆਫ ਵਰਕਰ ਅੰਡਰ ਦੀ ਫੈਕਟਰੀ ਐਕਟ 1948 ਓਬਲੀਗੇਸ਼ਨਸ ਜਿਹੜੀਆਂ ਹੈਗੀਆਂ ਨੇ ਵਰਕਰ ਦੀਆਂ ਕਿਹੜੀ ਉਹਦੇ ਵਿੱਚ ਲਾਈਆਂ ਗਈਆਂ, ਕਿਹੜੇ ਸੈਕਸ਼ਨ ਦੇ ਵਿੱਚ ਲਾਇਆ ਗਿਆ, ਤਾਂ ਇਹ ਲਾਈਆਂ ਗਈਆਂ 111 ਦੇ ਵਿੱਚ। ठीक है। उस तो बाद है मैनेजर ऑफ एवरी फैक्ट्री शुड सेंट इन, हाँ ये सीगा क्वेश्चन ਇਹਦੇ ਨਾਲ ਜਿਹੜਾ ਰਿਲੇਟਡ ਸੀਗਾ ਕਿ ਉਹਨੂੰ ਐਨੂਅਲ ਰਿਪੋਰਟ ਜਿਹੜੀ ਹੈਗੀ ਜਾਰੀ ਕਰਨੀ ਪੈਂਦੀ ਹੈ ਕਿਹੜੇ ਸੈਕਸ਼ਨ ਦੇ ਵਿੱਚ ਜਿਹੜਾ ਹੈਗਾ ਇਹ ਦੱਸਿਆ ਗਿਆ ਕਿ ਸੇਫਟੀ ਦੀ ਵਰਕਰ ਕੰਮ ਕਿਵੇਂ ਕਰ ਰਹੇ ਨੇ, ਲੀਵ ਕਿਹੜਾ ਵਰਕਰ ਲੀਵ ਤੇ ਹੈ, ਐਂਬੂਲੈਂਸ ਜਿਹੜੀ ਹੈਗੀ ਹੈ ਐਂਬੂਲੈਂਸ ਰੂਮ ਦੇ ਵਿੱਚ ਕਿਹੜੀਆਂ ਕਿਹੜੀਆਂ ਦਵਾਈਆਂ ਨੇ, ਇਹ ਸਾਰਾ ਕੁਝ ਜਿਹੜਾ ਹੈਗਾ ਮੈਨੇਜਰ ਕਰਦਾ ਡਿਸਾਈਡ। ਮੈਨੇਜਰ ਯਾਨੀ ਕਿ ਫਾਰਮ ਭਰਦਾ ਉਹ ਫਾਰਮ ਕਿਹੜਾ, ਤਾਂ ਉਹ ਜਿਹੜਾ ਫਾਰਮ ਹੈ ਉਹ ਫਾਰਮ ਨੰਬਰ 22। ਹੁਣ ਉਸ ਤੋਂ ਬਾਅਦ ਐਕਸੀਡੈਂਟ ਹੋ ਜਾਂਦਾ ਜੇਕਰ ਕੋਈ ਫੈਕਟਰੀ ਦੇ ਵਿੱਚ ਤਾਂ ਕਿੰਨੇ ਟਾਈਮ ਦੇ ਵਿੱਚ ਤੇ ਕਿਹੜੇ ਫਾਰਮ ਭਰ ਕੇ ਜਿਹੜਾ ਹੈ ਮੈਨੇਜਰ ਨੂੰ ਰਿਸਪੌਂਡ ਕਰਨਾ ਹੁੰਦਾ, ਤਾਂ ਉਹਨੂੰ 12 ਘੰਟੇ ਦੇ ਵਿੱਚ ਰਿਸਪੌਂਡ ਕਰਨਾ ਹੈ ਤੇ ਉਹਨੂੰ ਫਾਰਮ ਭਰਨਾ ਹੈ, ਫਾਰਮ ਨੰਬਰ 18 ਤੇ 12 ਘੰਟੇ ਦੇ ਵਿੱਚ ਉਹਨੂੰ ਜਾਣਕਾਰੀ ਦੇਣੀ ਪਵੇਗੀ। ਨੈਕਸਟ ਕੁਐਸਚਨ ਹੈ ਸੈਕਸ਼ਨ ਫੈਕਟਰੀ ਐਕਟ ਡਿਸਕ੍ਰਾਈਬ ਦੀ ਅਬਾਊਟ ਰਾਈਟ ਆਫ ਦੀ ਵਰਕਰ, ਜਿਹੜਾ ਹੈਗਾ ਕਿਹੜੇ ਸੈਕਸ਼ਨ ਦੇ ਵਿੱਚ ਆਉਂਦਾ, ਇਹ ਆਉਂਦਾ 111A ਦੇ ਵਿੱਚ, 111A ਦੇ ਵਿੱਚ। ਉਸ ਤੋਂ ਬਾਅਦ ਦਾ ਆਕੂਪਾਇਰ ਸੈਲਰੀ ਪਨਿਸ਼ੇਬਲ ਜੇ ਕੋਈ ਵੀ ਜਿਹੜਾ ਉੱਥੇ ਕੰਮ ਕਰਵਾ ਰਿਹਾ ਜੇਕਰ ਉਹ ਕਿਸੇ ਦਾ ਫਿਟਨੈਸ ਦਾ ਗਲਤ ਸਰਟੀਫਿਕੇਟ ਬਣਾਉਂਦਾ ਕਿੰਨੇ ਸਾਲ ਦੀ ਸਜ਼ਾ ਤੇ ਕਿੰਨੇ ਰੁਪਏ ਫਾਈਨ ਹੈ ਉਹਨੂੰ, ਤਾਂ ਉਹਨੂੰ ਹੈ 2 ਮਹੀਨੇ ਦੀ ਸਜ਼ਾ ਤੇ 1000 ਰੁਪਏ ਫਾਈਨ। ਉਸ ਤੋਂ ਬਾਅਦ ਹੈ ਫੇਲ ਟੂ ਟੇਕ ਰੈਮਡੀਅਲ ਅਗੇਂਸਟ ਡੇਂਜਰ, ਜੇਕਰ ਕੋਈ ਉੱਥੇ ਜਿਹੜਾ ਕੰਮ ਕਰਵਾ ਰਿਹਾ ਉਹਨਾਂ ਨੂੰ ਕਿਤੇ ਖਤਰਨਾਕ ਜਗ੍ਹਾ ਤੇ ਕੰਮ ਕਰਵਾ ਰਿਹਾ ਤਾਂ ਕਿੰਨੇ ਸਾਲ ਦੀ ਸਜ਼ਾ ਤੇ ਕਿੰਨੇ ਜਿਹੜੇ ਪੈਸੇ ਨੇ ਉਹ ਦੇਣੇ ਪੈਣਗੇ, ਤਾਂ ਇਹਦਾ ਕਰੈਕਟ ਆਨਸਰ ਹੈ 2 ਸਾਲ ਦੀ ਸਜ਼ਾ ਤੇ 1 ਲੱਖ ਰੁਪਇਆ ਉਹਨੂੰ ਭਰਨਾ ਪਵੇਗਾ। ਅੰਡਰ ਦੀ ਸੈਕਸ਼ਨ 41 ਆਫ ਦੀ ਫੈਕਟਰੀ ਐਕਟ ਦੀ ਸਾਈਟ ਅਪਰੇਜ਼ਲ ਕਮੇਟੀ ਸ਼ੈਲ ਕਨਸਟੀਟਿਊਟਡ ਵਨਸ, ਸਾਈਟ ਅਪਰੇਜ਼ਲ ਜਿਹੜੀ ਕਮੇਟੀ ਹੈ ਉਹ ਮਤਲਬ ਜਿਹੜੀ ਹੈਗੀ ਹੈ ਬਣਾਈ ਜਾਵੇਗੀ ਕਿੰਨੇ ਮਤਲਬ ਕਿੰਨੇ ਸਾਲਾਂ ਦੇ ਵਿੱਚ ਜਿਹੜੀ ਹੈਗੀ ਹੈ ਉਹ ਚੇਅਰਮੈਨ ਜਿਹੜੀ ਹੈਗੀ ਇੰਸਪੈਕਟਰ ਚੀਫ ਇੰਸਪੈਕਟਰ ਜਿਹੜਾ ਹੈਗਾ ਫੈਕਟਰੀ ਦੇ ਵਿੱਚ ਉਹ ਕਰ ਸਕਦਾ ਹੈ, ਤਾਂ ਇਹਦਾ ਜਿਹੜਾ ਕਰੈਕਟ ਆਨਸਰ ਹੈ ਉਹ ਹੈ ਆਪਸ਼ਨ A 1 in 5 year। ਟੂ ਕਲੋਜ਼ ਡਾਊਨ ਅ ਫੈਕਟਰੀ ਦਾ ਆਕੂਪਾਇਰ ਹੈਜ਼ ਟੂ ਗਿਵ ਡੈਸ਼, ਯਾਨੀ ਕਿ ਜੇਕਰ ਫੈਕਟਰੀ ਬੰਦ ਕਰਨੀ ਹੈ ਤਾਂ ਆਕੂਪਾਇਰ ਨੂੰ ਕਿੰਨੇ ਦਿਨ ਦਾ ਨੋਟਿਸ ਜਿਹੜਾ ਹੈਗਾ ਪਹਿਲਾਂ ਉਹ ਦੇਣਾ ਪਊਗਾ, ਤਾਂ ਇਹਦਾ ਜਿਹੜਾ ਕਰੈਕਟ ਆਨਸਰ ਹੈ ਉਹ ਹੈ ਆਪਸ਼ਨ B 60 ਦਿਨ ਪਹਿਲਾਂ ਨੋਟਿਸ ਜਿਹੜਾ ਅਥਾਰਟੀ ਨੂੰ ਦੇਣਾ ਪਊਗਾ। The occupier of every factory employing dash more worker plant and maintain tree, ਯਾਨੀ ਕਿ ਫੈਕਟਰੀ ਦੇ ਵਿੱਚ ਕਿੰਨੇ ਵਰਕਰ ਜੇਕਰ ਕੰਮ ਕਰ ਰਹੇ ਨੇ ਤਾਂ ਉੱਥੇ ਪਲਾਂਟ ਤੇ ਟਰੀਜ਼ ਜਿਹੜੇ ਹੈਗੇ ਨੇ ਉਹ ਲਾਏ ਜਾਣ, ਤੇ ਜਿਹੜਾ ਕਰੈਕਟ ਆਨਸਰ ਜੇਕਰ ਉੱਥੇ 100 ਵਰਕਰ ਕੰਮ ਕਰ ਰਹੇ ਨੇ ਤਾਂ ਪਲਾਂਟ ਤੇ ਟਰੀ ਹੋਣੇ ਚਾਹੀਦੇ ਨੇ। ਇਨ ਫੈਕਟਰੀ EMPLOYE ਜੇਕਰ 1000 ਤੋਂ ਜ਼ਿਆਦਾ ਵਰਕਰ ਕਿਸੇ ਫੈਕਟਰੀ ਦੇ ਵਿੱਚ ਕੰਮ ਕਰ ਰਹੇ ਨੇ ਤਾਂ ਉੱਥੇ ਕਿਹੜਾ ਇਹਨਾਂ ਵਿੱਚੋਂ ਕਿਹੜਾ ਅਫਸਰ ਜਿਹੜਾ ਅਪਾਇੰਟ ਕੀਤਾ ਜਾਵੇਗਾ, ਤਾਂ ਸੇਫਟੀ ਆਫਿਸਰ ਉੱਥੇ ਹੋਣਾ ਚਾਹੀਦਾ ਜੇਕਰ 1000 ਤੋਂ ਜ਼ਿਆਦਾ ਵਰਕਰ ਕੰਮ ਕਰ ਰਹੇ ਨੇ। ਕੰਟੀਨ ਹੈ ਜਿਹੜੀ ਹੈਗੀ ਹੈ ਕਿੰਨੇ ਬੰਦੇ ਉੱਥੇ ਕੰਮ ਕਰ ਰਹੇ ਨੇ ਤਾਂ ਕੰਟੀਨ ਜਿਹੜੀ ਹੈਗੀ ਹੈ ਉਹ ਹੋਣੀ ਚਾਹੀਦੀ ਹੈ, ਤਾਂ 250 ਵਰਕਰ ਕੰਮ ਕਰ ਰਹੇ ਨੇ। ਸਟੈਚੂਟਰੀ ਮਿਨੀਮਮ ਬੋਨਸ ਜਿਹੜਾ ਹੈਗਾ ਉਹ ਕਿੰਨਾ ਹੁੰਦਾ ਫੈਕਟਰੀ ਨੋਰਮਸ ਦੇ ਅਕੋਰਡਿੰਗ, ਤਾਂ ਉਹ ਹੁੰਦਾ 20%। ਅੰਡਰ ਦੀ ਫੈਕਟਰੀ ਐਕਟ 9 ਵਰਕਰ ਇਜ਼ ਪਰਮਿਟਡ ਟੂ ਵਰਕ ਮੋਰ ਦੈਨ ਆਰ, 9 ਘੰਟੇ ਤੋਂ ਜ਼ਿਆਦਾ ਕਿਸੇ ਤੋਂ ਵੀ ਫੈਕਟਰੀ ਦੇ ਵਿੱਚ ਜਿਹੜਾ ਹੈਗਾ ਕੰਮ ਉਹ ਨਹੀਂ ਕਰਵਾਉਣਾ। EMPLOYE ਪ੍ਰੋਵੀਡੈਂਟ ਫੰਡ ਮਸਲੇਨੀਅਸ, ਯਾਨੀ ਕਿ ਜੇਕਰ ਕਿਸੇ ਫੈਕਟਰੀ ਦੇ ਵਿੱਚ 20 ਬੰਦੇ ਕੰਮ ਕਰ ਰਹੇ ਨੇ ਤਾਂ ਉਹਨਾਂ ਨੂੰ ਜਿਹੜਾ EPF ਹੈ ਜਿਹੜਾ ਉਹ ਮਿਲੂਗਾ। ਉਸ ਤੋਂ ਬਾਅਦ 181 ਕਿੱਥੇ ਗਿਆ, 181 ਆਈ ਥਿੰਕ ਕੁਐਸਚਨ, ਹਾਂ 182 ਇੱਧਰ ਆ ਗਿਆ, ਠੀਕ ਹੈ। ਦ ਫੈਕਟਰੀ ਵਿੱਚ ਕੋਸਟ ਵੇਰੀਏਸ਼ਨ ਆਫ ਕਿੱਥੇ ਗਿਆ, ਦ ਫੈਕਟਰੀ ਵਿਚ ਕੋਸਟ ਵੇਰੀਏਸ਼ਨ ਆਫ ਮਿਨੀਮਮ ਵੇਜਸ ਇਨ ਇੰਡੀਆ, ਕਿਹੜੀ ਫੈਕਟਰੀ ਹੈ ਜਿਹੜੀ ਹੈਗੀ ਮਿਨੀਮਮ ਵੇਰੀਏਸ਼ਨ ਹੁੰਦੀ ਹੈ ਯਾਨੀ ਕਿ ਘੱਟ ਤੋਂ ਘੱਟ ਜਿਹੜੀ ਮਿਨੀਮਮ ਵੇਜਸ ਕਹਿੰਦੇ ਘੱਟ ਤੋਂ ਘੱਟ ਤਨਖਾਹ, ਤਾਂ ਸਾਰੀਆਂ ਨੇ ਪ੍ਰਾਈਸ ਆਫ ਐਸੈਂਸ਼ੀਅਲ ਕਮੋਡਿਟੀ, ਪੇਇੰਗ ਕੈਪੈਸਿਟੀ, ਪ੍ਰੋਡਕਟਿਵਿਟੀ ਡਿਫਰੈਂਸ ਇਨ ਐਕਸਚੇਂਜ ਰੇਟ, ਇਹ ਸਾਰਾ ਕੁਝ ਜਿਹੜੇ ਫੈਕਟਰ ਨੇ ਉਹ ਕੀ ਕਰਦੇ ਨੇ ਇਫੈਕਟ ਕਰਦੇ ਨੇ ਵੇਜਸ ਕੀ ਹੁੰਦਾ ਜਿੰਨੀ ਵੀ ਉਹਨਾਂ ਨੂੰ ਤਨਖਾਹ ਜਿਹੜੀ ਹੈਗੀ ਦਿੱਤੀ ਜਾਂਦੀ ਹੈ, ਠੀਕ ਹੈ। ਉਸ ਤੋਂ ਬਾਅਦ ਕੀ ਹੈ ਇਨ ਆਰਡਰ ਟੂ ਹੈਵ ਅ ਯੂਨੀਫਾਰਮ ਵੇਜ ਸਟਰਕਚਰ ਐਜ਼ ਟੂ ਰਿਡਿਊਸ ਦੀ disparity minimum wage across the country, we concept the national floor level minimum wage was mooted on the basis of increase of the consumer price index on the central government as result and time to time the present, ठीक है, ये रहने दियो छाड़ दियो। उस तो बाद which of the following area where central government is exclusively competent to enact legislation, ਲੈਜੀਸਲੇਸ਼ਨ ਕੀ ਹੁੰਦਾ ਜਿੱਥੇ ਲਾ ਬਣਦੇ ਨੇ ਐਗਜ਼ੀਕਿਊਟਿਵ ਜਿਹੜਾ ਲਾ ਨੂੰ ਲਾਗੂ ਕਰਦਾ, ਜੁਡੀਸ਼ਰੀ ਜਿਹੜੀ ਨਿਆਂਪਾਲਿਕਾ ਹੁੰਦੀ ਹੈ, ਠੀਕ ਹੈ ਨਾ। ਕਿਹੜਾ ਏਰੀਆ ਇਹਨਾਂ ਵਿੱਚੋਂ ਆਪਾਂ ਦੱਸਣਾ ਜਿਹੜੀ ਸੈਂਟਰਲ ਗਵਰਨਮੈਂਟ ਹੈ ਉਹ ਉਸਦੇ ਅਕੋਰਡਿੰਗ ਜਿਹੜੀ ਹੈਗੀ ਹੈ ਲਾ ਉਹ ਬਣਾ ਸਕਦੀ ਹੈ। ਤਾਂ ਜਿਹੜਾ ਕਰੈਕਟ ਆਨਸਰ ਕੀ ਹੈ ਰੈਗੂਲੇਸ਼ਨ ਆਫ ਲੇਬਰ ਐਂਡ ਸੇਫਟੀ ਇਨ ਮਾਈਨਸ ਐਂਡ ਆਇਲ ਫੀਲਡ, ਠੀਕ ਹੈ, ਯਾਨੀ ਕਿ ਜਿਹੜੇ ਲੇਬਰ ਨੇ ਉਹਨਾਂ ਦੀ ਸੇਫਟੀ ਕਿੱਥੇ ਜਿਹੜੀਆਂ ਖਦਾਨਾਂ ਦੇ ਵਿੱਚ ਕੰਮ ਕਰਦੇ ਨੇ ਜਾਂ ਫਿਰ ਜਿਹੜੇ ਆਇਲ ਫੀਲਡ ਦੇ ਵਿੱਚ ਕੰਮ ਕਰਦੇ ਨੇ, ਠੀਕ ਹੈ, ਇਹ ਇਹਦਾ ਕਰੈਕਟ ਆਨਸਰ ਹੈ। 85 ਦਾ ਕੀ ਹੈ ਦਾ ਪ੍ਰੈਜ਼ੈਂਟ ਵੇਜ ਸੀਲਿੰਗ ਪਰ ਮੰਥ ਫੋਰ ਅ ਪਰਪਸ ਆਫ ਦੀ EMPLOYE ਸਟੇਟ ਇੰਸ਼ੋਰੈਂਸ ਐਕਟ ਦੇ ਅਕੋਰਡਿੰਗ, ਜਿਹੜਾ ਹੁਣ ਦਾ ਜਿਹੜਾ ਵੇਜ ਹੈ ਜਿਹੜਾ ਪਰ ਮੰਥ ਦਾ ਉਹ ਕਿੰਨਾ ਰੱਖਿਆ ਗਿਆ, ਤਾਂ ਇਹਦਾ ਜਿਹੜਾ ਕਰੈਕਟ ਆਨਸਰ ਹੈ ਉਹ ਹੈਗਾ 15000 ਰੁਪਏ, ਠੀਕ ਹੈ। ਵਿਚ ਸ਼ਡਿਊਲ ਆਫ ਦੀ ਫੈਕਟਰੀ ਐਕਟ ਸਪੈਸੀਫਾਈ ਬੈਰੀਲੀਅਮ ਪੋਇਜ਼ਨਿੰਗ, ਐਂਥ੍ਰੈਕਸ ਐਂਡ ਆਰਸੈਨਿਕ ਪੋਇਜ਼ਨਿੰਗ ਸੈਕਟਰ ਆਰ ਨੋਟੀਫਾਈਬਲ ਡਿਜ਼ੀਜ਼। ਦੇਖੋ ਫੈਕਟਰੀ ਦੇ ਵਿੱਚ ਕੈਮੀਕਲ ਫੈਕਟਰੀ ਦੇ ਜੇਕਰ ਮੈਂ ਗੱਲ ਕਰਾਂ ਉੱਥੇ ਕੰਮ ਕਰਦੇ ਨੇ ਤਾਂ ਉਹਨਾਂ ਨੂੰ ਬੈਰੀਲੀਅਮ ਪੋਇਜ਼ਨਿੰਗ, ਐਂਥ੍ਰੈਕਸ, ਆਰਸੈਨਿਕ ਪੋਇਜ਼ਨਿੰਗ ਇਹ ਜਿਹੇ ਕੁਝ ਜਿਹੜੇ ਕੈਮੀਕਲਸ ਨੇ
ਨਾਲ ਉਹਨਾਂ ਨੂੰ ਇਹੋ ਜਿਹੀਆਂ ਬਿਮਾਰੀਆਂ ਉਹ ਲੱਗ ਜਾਂਦੀਆਂ ਨੇ। ਕਿਹੜੇ ਸ਼ਡਿਊਲ ਦੇ ਵਿੱਚ ਜਿਹੜਾ ਇਹ ਕੁਝ ਦਿੱਤਾ ਗਿਆ, ਇਹ ਹੈਗਾ ਆਪਣਾ 186 ਦਾ ਫਸਟ ਸੈਕੰਡ ਥਰਡ ਫੋਰਥ। ਤਾਂ ਫੈਕਟਰੀ ਐਕਟ ਦੇ ਅਕੋਰਡਿੰਗ ਜਿਹੜਾ ਹੈਗਾ ਇਹ 186 ਦਾ ਥਰਡ ਸ਼ਡਿਊਲ ਹੈ, ਉਹਦੇ ਵਿੱਚ ਦਿੱਤਾ ਗਿਆ। ਪ੍ਰੈਜੈਂਟ ਵੇਜ ਸੀਲਿੰਗ ਫॉर ਦੀ ਪਰਪਸ ਆਫ ਪੇਮੈਂਟ ਵੇਜ, ਇਹ ਆਪਾਂ ਕਰਕੇ ਆਏ ਆ। ਵੇਜ ਐਕਟ 1936 1936 ਦੇਖ ਲੈਣਾ ਇੱਥੇ ਸਾਲ ਕਿਹੜਾ ਲਿਖਿਆ 1936 ਦੇ ਅਕੋਰਡਿੰਗ ਕਿੰਨਾ 18000 ਹੈ, 15000 ਨਹੀਂ, ਠੀਕ ਹੈ। 188 ਕੀ ਹੁੰਦਾ, ਦ ਇੰਪਲੋयर ਸਟੇਟ ਇੰਸ਼ੋਰੈਂਸ ਪ੍ਰੋਟੈਕਟ ਦ ਇੰਟਰਸਟ ਆਫ ਵਰਕਰ ਕੰਟੀਨਿਊਸਲੀ ਸੱਚ ਐਸ ਸਿਕਨੈਸ ਮੈਟਰਨਿਟੀ ਟੈਂਪਰੇਰੀ ਡਿਸਰੈਂਟ ਪਰਮਾਨੈਂਟ ਫਿਜ਼ੀਕਲ। ਇਹਨਾਂ ਵਿੱਚੋਂ ਕਿਹੜਾ ਜਿਹੜਾ ਕਰੈਕਟ ਆਨਸਰ ਹੈ। ਤਾਂ ਯਾਨੀ ਕਿ ਇੰਪਲੋਏ ਦੀ ਜਿਹੜਾ ਸਟੇਟ ਜਿਹੜਾ ਇੰਸ਼ੋਰੈਂਸ ਹੁੰਦਾ ਹੈ ਕਿਸੇ ਵੀ ਵਿਅਕਤੀ ਦਾ, ਯਾਨੀ ਕਿ ਉਹ ਕੀ ਕੁਝ ਕਵਰ ਕਰਦਾ ਹੈ, ਤਾਂ ਸਾਰਾ ਕੁਝ ਕਵਰ ਕਰਦਾ ਹੈ ਉਹ। ਸਿਕਨੈਸ ਬਿਮਾਰ ਹੋ ਜਾਂਦਾ, ਮੈਟਰਨਿਟੀ ਵੂਮਨ ਵਾਸਤੇ, ਟੈਂਪਰੇਰੀ ਪਰਮਾਨੈਂਟ ਫਿਜ਼ੀਕਲ ਡਿਸੇਬਲਮੈਂਟ ਕੋਈ ਲੱਤ ਬਾਂਹ ਟੁੱਟ ਜੇ, ਡੈਥ ਹੋ ਜੇ, ਇੰਪਲੋਇਮੈਂਟ ਇੰਜਰੀ ਰਿਜ਼ਲਟਿੰਗ ਜਿਹਦੇ ਕਾਰਨ ਉਹਦੇ ਫਿਰ ਅਰਨਿੰਗ ਜੇਕਰ ਇਕੱਲਾ ਬੰਦਾ ਪੈਸੇ ਕਮਾਉਣ ਵਾਲਾ ਉਹਦੀ ਅਰਨਿੰਗ ਕਪੈਸਿਟੀ ਜਿਹੜੀ ਹੈਗੀ ਯਾਨੀ ਕਿ ਕੋਈ ਉਹਨਾਂ ਦੇ ਘਰੇ ਪੈਸੇ ਕਮਾਉਣ ਵਾਲਾ ਜੇਕਰ ਨਹੀਂ ਹੈਗਾ ਤਾਂ ਇਹ ਸਾਰਾ ਕੁਝ ਇੰਸ਼ੋਰੈਂਸ ਐਕਟ ਦੇ ਵਿੱਚ ਕਵਰ ਹੁੰਦੇ ਨੇ। Verification of membership of unions operating in establishment in central sphere is conducted by Chief Labour Commissioner and office under Code of Discipline for the purpose of granting recognition directed as। ਤੇ ਜਿਹੜਾ ਕਰੈਕਟ ਆਨਸਰ ਕੀ ਹੈ ਉਹ ਹੈ ਮਿਨਿਸਟਰੀ ਆਫ ਲੇਬਰ ਐਂਡ ਇੰਪਲੋਇਮੈਂਟ, ਇਹ ਸਾਰਾ ਕੁਝ ਦੇਖਦੀ। ਨੈਕਸਟ ਕੁਐਸਚਨ ਹੈ ਆਪਣਾ as per the provision contained in chapter 5th of the Industrial Dispute Act 19% establishment employed as person not more than required to seek permission appropriate government before laying of return closure। ਕਿੰਨੇ ਜਿਹੜੇ ਮਿਨੀਮਮ ਬੰਦੇ ਜਿਹੜੇ ਹੈਗੇ ਨੇ, ਕਿੰਨੇ 100 ਬੰਦੇ ਜਿਹੜੇ ਹੈਗੇ ਨੇ ਕਿਸੇ ਵੀ ਫੈਕਟਰੀ ਦੇ ਵਿੱਚ ਜਿਹੜੇ ਹੈਗੇ ਨੇ 100% ਜਿਹੜੇ ਹੈਗੇ ਨੇ ਉਹ ਹੋਣੇ ਚਾਹੀਦੇ ਨੇ। ਕੋਈ ਵੀ ਡਿਸਪਿਊਟ ਹੁੰਦਾ, ਕੋਈ ਵੀ ਲੜਾਈ ਹੁੰਦੀ ਹੈ ਯੂਨੀਅਨ ਦੇ ਵਿੱਚ ਵਾਲੇ, ਤਾਂ ਮਿਨੀਮਮ ਜਿਹੜੇ ਹੈਗੇ ਨੇ ਉਹ 100% ਹੋਣੇ ਚਾਹੀਦੇ ਨੇ। ਉਸ ਤੋਂ ਬਾਅਦ ਕਿਹੜੀ ਕੀ ਕੁਝ ਸੈਟਅਪ ਕੀਤਾ ਗਿਆ ਇੰਡਸਟਰੀਅਲ ਜੇਕਰ ਡਿਸਪਿਊਟ ਉਹਦੇ ਲੜਾਈ ਹੋ ਜੇ, ਠੀਕ ਹੈ 1947, ਯਾਨੀ ਕਿ ਉਹ ਕਿੱਥੇ ਜਾਣਗੇ, ਲੋਕ ਅਦਾਲਤ, ਇੰਡਸਟਰੀਅਲ ਟ੍ਰਿਬਿਊਨਲ, ਲੇਬਰ ਕੋਰਟ ਜਾਂ ਆਲ ਆਫ ਦਿਸ, ਤਾਂ ਉਹ ਕਿੱਥੇ ਜਾਣਗੇ, ਤਾਂ ਉਹ ਜਾਣਗੇ ਲੇਬਰ ਕੋਰਟ, ਠੀਕ ਹੈ। ਐਜ਼ ਪਰ ਇੰਪਲੋਈ ਪੈਨਸ਼ਨ ਸਕੀਮ 1995 ਮੈਂਬਰ ਆਫ ਅਟੇਨਿੰਗ ਏਜ ਆਫ 58 ਈਅਰ ਹੈਵ ਮਿਨੀਮਮ ਆਫ ਡੈਸ਼ ਈਅਰ ਟੂ ਕੰਟਰੀਬਿਊਟ ਸਰਵਿਸ ਕੁਆਲੀਫਾਈ। ਹਾਂ, ਇਹ ਕੀ ਕਹਿੰਦੇ ਨੇ ਕਿ ਜਿਹੜੀ ਪੈਨਸ਼ਨ ਸਕੀਮ ਹੈ ਯਾਨੀ ਕਿ ਜਦੋਂ ਬੰਦਾ 58 ਸਾਲ ਦਾ ਜਿਹੜਾ ਹੋ ਜਾਂਦਾ ਉਹਨੂੰ ਪੈਨਸ਼ਨ ਸਕੀਮ ਲਾਗੂ ਕੀਤੀ ਜਾਂਦੀ ਹੈ, ਪਰ ਉਹਨੂੰ ਫੈਕਟਰੀ ਦੇ ਵਿੱਚ ਕਿੰਨੇ ਸਾਲ ਜਿਹੜੇ ਹੈਗੇ ਨੇ ਕੰਮ ਕਰਨੇ ਹੋਣੇ ਚਾਹੀਦੇ ਨੇ, ਮਿਨੀਮਮ 10 ਸਾਲ ਉਹ ਫੈਕਟਰੀ ਦੇ ਵਿੱਚ ਕੰਮ ਕਰਨਾ ਹੋਣਾ ਚਾਹੀਦਾ। ਦ ਟਰਮ ਸੇਮ ਵਰਕ ਔਰ ਵਰਕ ਆਫ ਸਿਮਿਲਰ ਨੇਚਰ ਮੈਂਸ਼ਨਡ ਇਨ, ਜਿਹੜੀ ਟਰਮ ਹੈ ਸੇਮ ਵਰਕ ਔਰ ਸੇਮ ਆਫ ਸਿਮਿਲਰ ਨੇਚਰ, ਇਹ ਕਿਹੜੀ ਉਸ ਦੇ ਵਿੱਚ ਮੈਂਸ਼ਨ ਹੈ, ਇਹ ਹੈ ਇਕੁਅਲ ਰੀਮਨਰੇਸ਼ਨ ਐਕਟ 1976 ਦੇ ਵਿੱਚ, ਠੀਕ ਹੈ। Award means an interim or a final determination of any industrial dispute are determined by। Award means an interim or final determination of an industrial dispute। ਕੋਈ ਵੀ ਜਿਹੜੀ ਇੰਡਸਟਰੀਅਲ ਦੇ ਵਿੱਚ ਕੋਈ ਵੀ ਡਿਸਪਿਊਟ ਹੁੰਦਾ ਉਹਦੇ ਰਿਗਾਰਡਿੰਗ ਜਿਹੜੀ ਵੀ ਮਤਲਬ ਉਹਦਾ ਜੇਕਰ ਫੈਸਲਾ ਸੁਣਾਉਣਾ ਹੁੰਦਾ ਤਾਂ ਉਹ ਕਿਹੜੇ ਉਹਦੇ ਵਿੱਚ ਜਿਹੜੇ ਹੈਗੇ ਨੇ ਜਾਣਗੇ, ਉਹ ਜਾਣਗੇ ਦੋਨਾਂ ਵਿੱਚ ਜਾ ਸਕਦੇ ਨੇ, ਆਰਬਿਟਰੇਟਰ ਤੇ ਲੇਬਰ ਕੋਰਟ ਦੇ ਵਿੱਚ। Which of the following statement true about the constitutional validity of section 10 of the industrial dispute, ਯਾਨੀ ਕਿ ਤੁਸੀਂ ਦੱਸਣਾ ਕਿ section 10 ਇੰਡਸਟਰੀਅਲ ਡਿਸਪਿਊਟ ਦੇ ਵਿੱਚ ਕੀ ਦੱਸਿਆ ਹੋਇਆ, ਤਾਂ ਇਹਦੇ ਵਿੱਚ ਜਿਹੜੀ ਹੈਗੀਆਂ ਨੇ ਕਿਸ ਚੀਜ਼ ਦੀਆਂ ਗੱਲਾਂ ਕੀਤੀਆਂ ਹੋਈਆਂ ਨੇ, ਤਾਂ ਇਟ ਇਜ਼ ਐਨ ਇੰਟਰਾ ਵਾਇਰਸ ਆਫ ਦੀ ਕਨਸਟੀਟਿਊਸ਼ਨ। ਅਲਟਰਾ ਵਾਇਰਸ ਨਹੀਂ ਹੈ, ਇੰਟਰਾ ਵਾਇਰਸ ਹੈ, ਕਿਉਂਕਿ ਜਿਹੜੀ ਹੈਗੀ ਹੈ ਫੈਕਟਰੀ ਦੇ ਵਿੱਚ ਅੰਦਰੂਨੀ ਜਿਹੜੀ ਹੈਗੀਆਂ ਨੇ ਉਹ ਪ੍ਰੋਬਲਮ ਸੌਟ ਆਊਟ ਕਰਨੀਆਂ ਨੇ। 197 ਦਾ ਮੈਕਸਿਮਮ ਅਮਾਉਂਟ ਆਫ ਗ੍ਰੈਚੁਇਟੀ ਪੇਏਬਲ ਅੰਡਰ। ਗ੍ਰੈਚੁਇਟੀ ਕੀ ਹੁੰਦੀ ਹੈ ਕਿ ਕੁਝ ਅਮਾਊਂਟ ਜਿਹੜੀ ਹੈਗੀ ਜਦੋਂ ਤੁਸੀਂ ਫੈਕਟਰੀ ਦੇ ਵਿੱਚ ਰਿਟਾਇਰ ਹੋ ਜਾਂਦੇ ਹੋ, ਛੱਡ ਦਿੰਦੇ ਹੋ, ਯਾਨੀ ਕਿ 10 ਸਾਲ ਤੋਂ ਬਾਅਦ ਕੰਮ ਕਰਕੇ, ਤਾਂ ਕੁਝ ਤੁਹਾਨੂੰ ਜਿਹੜੇ ਹੈਗੇ ਨੇ ਪੈਸੇ ਦਿੱਤੇ ਜਾਂਦੇ ਨੇ ਗ੍ਰੈਚੁਇਟੀ, ਉਹਨੂੰ ਗ੍ਰੈਚੁਇਟੀ ਕਹਿੰਦੇ ਆ। ਤਾਂ ਉਹ ਕਿੰਨੀ ਜਿਹੜੀ ਹੈਗੀ ਆ ਉਹ ਮਤਲਬ ਹੋਊਗੀ, ਤਾਂ ਉਹ ਹੋਊਗੀ 10 ਲੱਖ ਰੁਪਏ, ਠੀਕ ਹੈ 10 ਲੱਖ ਰੁਪਏ। ਉਸ ਤੋਂ ਬਾਅਦ ਦਾ ਮਿਨੀਮਮ ਨੰਬਰ ਆਫ ਮੈਂਬਰ ਰਿਕੁਆਇਰਡ ਫॉर ਰਜਿਸਟ੍ਰੇਸ਼ਨ ਆਫ ਟ੍ਰੇਡ, ਜੇਕਰ ਟ੍ਰੇਡ ਯੂਨੀਅਨ ਬਣਾਉਣੀ ਹੈ ਤਾਂ ਉਹਦੇ ਵਾਸਤੇ ਮਿਨੀਮਮ ਮੈਂਬਰ ਜਿਹੜੇ ਹੈਗੇ ਨੇ ਕਿੰਨੇ ਹੋਣੇ ਚਾਹੀਦੇ ਨੇ, ਤਾਂ 7 ਮੈਂਬਰ ਮਿਨੀਮਮ ਬਹੁਤ ਜ਼ਰੂਰੀ ਹੈ। 199 ਹੈ ਦ ਇੰਪਲੋਇਰ ਇਜ਼ ਰਿਕੁਆਇਰਡ ਟੂ ਸੈਂਡ ਅ ਰਿਪੋਰਟ ਟੂ ਦੀ ਕਮਿਸ਼ਨਰ ਫॉर ਵਰਕਮੈਨ ਕੰਪਨਸੇਸ਼ਨ ਵਿਦ ਇਨ ਡੈਸ਼ ਡੇ। ਜਿਹੜੇ ਹੈਗੇ ਨੇ ਯਾਨੀ ਕਿ ਕਮਿਸ਼ਨਰ ਨੂੰ ਵਰਕਮੈਨ ਦੀ ਜਿਹੜੀ ਕੰਪਨਸੇਸ਼ਨ ਦੀ ਜਿਹੜੀ ਰਿਪੋਰਟ ਹੈ, ਜੇਕਰ ਕਿਸੇ ਦੀ ਡੈਥ ਹੋ ਜਾਂਦੀ ਹੈ, ਸੀਰੀਅਸ ਇੰਜਰੀ ਹੋ ਜਾਂਦੀ ਹੈ ਕਿਸੇ ਵੀ ਵਰਕਮੈਨ ਨੂੰ ਫੈਕਟਰੀ ਦੇ ਵਿੱਚ ਕੰਮ ਕਰ ਰਿਹਾ, ਤਾਂ ਕਿੰਨੇ ਦਿਨ ਦੇ ਵਿੱਚ ਜਿਹੜੀ ਹੈਗੀ ਹੈ ਉਹ ਰਿਪੋਰਟ ਜਿਹੜੀ ਹੈਗੀ ਸਬਮਿਟ ਕਰਾਉਣੀ ਪੈਂਦੀ ਹੈ, ਤਾਂ 7 ਦਿਨ ਦੇ ਵਿੱਚ। ਐਜ਼ ਪਰ ਸ਼ਡਿਊਲ ਟੂ ਦੀ ਚਾਈਲਡ ਲੇਬਰ ਪ੍ਰੋਵੀਜ਼ਨ ਰੈਗੂਲੇਸ਼ਨ ਐਕਟ ਪੇਪਰ ਮੇਕਿੰਗ ਇਜ਼ ਏ। ਚਾਈਲਡ ਲੇਬਰ ਪਤਾ ਹੀ ਹੈ, ਛੋਟੇ ਬੱਚਿਆਂ ਤੋਂ ਜਿਹੜੇ ਹੈਗੇ ਨੇ ਕੰਮ ਕਰਵਾਉਂਦੇ ਨੇ, ਤਾਂ ਪੇਪਰ ਮੇਕਿੰਗ ਕੀ ਹੈ, ਇੱਕ ਪੇਪਰ ਮੇਕਿੰਗ ਇੱਕ ਇਹੋ ਪ੍ਰੋਸੈਸ ਹੈ, ਠੀਕ ਹੈ। As per the labor law, exemptions from furnishing, return, and maintaining a register of certain establishment Act 1988 can employ of any small establishment, very small establishment required to furnish the core। देखो ਹੁਣ ਕੋਈ ਵੀ ਬੰਦਾ ਹੈ, ਭਾਵੇਂ ਛੋਟੀ ਉਹਦੀ ਫੈਕਟਰੀ ਹੈ ਭਾਵੇਂ ਵੱਡੀ ਫੈਕਟਰੀ ਹੈ, ਉਹਨੂੰ ਜਿਹੜੀ ਫਰਨਿਸ਼ਿੰਗ ਰਿਟਰਨ ਦੀ ਜਿਹੜੀ ਹੈਗੀ ਹੈ
उस तो छूट मिलती है एज पर द लेबर ला के अकॉर्डिंग, ठीक है। एग्जैम्पशनस फ्रॉम फर्निशिंग रिटर्न, चाहे वो इंप्लॉयर ਜਿਹੜਾ ਹੈਗਾ ਸਮਾਲ ਇਸਟੈਬਲਿਸ਼ਮੈਂਟ ਯਾਨੀ ਕਿ ਛੋਟੀ ਫੈਕਟਰੀ ਦੇ ਵਿੱਚ ਕੰਮ ਕਰ ਰਿਹਾ ਇੰਪਲੋਈ, ਚਾਹੇ ਵੱਡੀ ਫੈਕਟਰੀ ਦੇ ਵਿੱਚ ਜਿਹੜਾ ਹੈਗਾ ਫਾਰਮ ਹੈ ਉਹ ਕਿਹੜਾ ਫਾਰਮ ਉਹਨੂੰ ਫਿਲ ਕਰਨਾ ਪੈਂਦਾ ਹੈ, ਉਹ ਹੁੰਦਾ ਫਾਰਮ A। ਕੰਟਰੈਕਟ ਲੇਬਰ ਹੁੰਦਾ, ਕੰਟਰੈਕਟ ਲੇਬਰ ਦੀ ਗੱਲ ਕਰਦੇ, ਕੰਟਰੈਕਟ ਲੇਬਰ ਕੌਣ ਹੁੰਦਾ ਹੈ ਜਿਹੜੇ ਕਿ ਮਤਲਬ ਪੱਕੇ ਨਹੀਂ ਹੁੰਦੇ, ਕੰਟਰੈਕਟ ਤੇ ਕੰਮ ਕਰਦੇ ਨੇ। 1970 ਅਪਲਾਈਜ਼ ਟੂ ਐਵਰੀ ਇਸਟੈਬਲਿਸ਼ਮੈਂਟ ਕੰਟਰੈਕਟਰ ਇਨ ਵਿਚ ਕਿੰਨੇ ਬੰਦੇ ਯਾਨੀ ਕਿ ਮਿਨੀਮਮ ਉੱਥੇ ਕੰਮ ਕਰ ਰਹੇ ਨੇ, ਜੇਕਰ ਉੱਥੇ 20 ਜਾਂ 20 ਤੋਂ ਵੱਧ ਜਿਹੜੇ ਹੈਗੇ ਨੇ ਕੰਮ ਕਰ ਰਹੇ ਨੇ and any day of the preceding 12 month on a contract as a contract labor को माना जाऊगा। The text of the certified standing order shall be prominently posted by the employer in dash and in language understood by the majority of the workmen, ठीक है। कि कोई भी सर्टिफाइड कोई भी जेकर order ਜਿਹੜੇ ਹੈਗੇ फैक्ट्री वाले कोई भी order पास करते हैं, ठीक है, ਤਾਂ ਉਹ ਕੀ ਹੈ ਜਿਹੜੇ ਵੀ ਲੈਂਗੁਏਜ ਮੈਜੋਰਟੀ ਆਫ ਉੱਥੇ ਜਿਹੜੇ ਜਿੰਨੇ ਬੰਦੇ ਯਾਨੀ ਕਿ ਕੋਈ ਸਿੱਖ ਹੈ ਕੋਈ ਹਿੰਦੂ ਹੈ ਅੱਡ ਅੱਡ ਉਹਨਾਂ ਨੂੰ ਲੈਂਗੁਏਜ ਜਿਹੜੀਆਂ ਹੈਗੀਆਂ ਨੇ ਉਹ ਸਮਝ ਆਉਂਦੀਆਂ ਨੇ, ਠੀਕ ਹੈ। ਜਿੰਨੀ ਜ਼ਿਆਦਾ ਮੈਜੋਰਟੀ ਵਰਕਰ ਦੀ ਹੋਊਗੀ, ਜਿਹੜੇ ਜ਼ਿਆਦਾ ਮਤਲਬ ਮੈਜੋਰਟੀ ਹੋਊਗੀ ਜਿਹਨਾਂ ਵੱਲ ਉਸੇ ਲੈਂਗੁਏਜ ਦੇ ਵਿੱਚ ਜਿਹੜਾ ਹੈਗਾ ਉਹ ਟੈਕਸਟ ਦੇ ਵਿੱਚ ਜਿਹੜੇ ਹੈਗੇ ਨੇ ਉਹ ਆਰਡਰ ਪਾਸ ਕੀਤੇ ਜਾਣਗੇ, ਠੀਕ ਹੈ। The appropriate government shall gives revise the minimum wage rate under minimum act 1940 at least once in a। ਹੁਣ ਦੇਖੋ ਅਲੱਗ-ਅਲੱਗ ਵੇਜ ਰੇਟ ਹੁੰਦੇ ਨੇ ਕਿ ਜਿਵੇਂ ਦਿਹਾੜੀ ਦਾ ਰੇਟ ਹੁੰਦਾ 500 ਰੁਪਏ 300 ਰੁਪਏ 600 ਰੁਪਏ, ਐਵੇਂ ਫੈਕਟਰੀ ਦੇ ਵਿੱਚ ਵੀ ਜਿਹੜੇ ਹੈਗੇ ਨੇ ਰੇਟ ਮਿਨੀਮਮ ਵੇਜ ਰੇਟ ਜਿਹੜੇ ਹੈਗੇ ਨੇ ਉਹ ਲਾਗੂ ਕੀਤੇ ਜਾਂਦੇ ਨੇ। ਜਿਹੜੀ ਸਰਕਾਰ ਹੈ ਉਹ ਕਿੰਨੇ ਸਾਲ ਬਾਅਦ ਜਿਹੜੇ ਹੈਗੇ ਨੇ ਉਹਨਾਂ ਤੇ ਧਿਆਨ ਦਿੰਦੀ ਹੈ, ਰਿਵਾਈਜ਼ ਕਰਦੀ ਹੈ ਯਾਨੀ ਕਿ ਚੇਂਜ ਕਰਦੀ ਹੈ ਉਹਨਾਂ ਨੂੰ। ਤਾਂ ਇਹਦਾ ਜਿਹੜਾ ਕਰੈਕਟ ਆਨਸਰ ਹੈ 5 ਸਾਲ ਬਾਅਦ ਜਿਹੜੇ ਹੈਗੇ ਨੇ ਵੇਜ ਰੇਟ ਉਹ ਚੇਂਜ ਕੀਤੇ ਜਾਂਦੇ ਨੇ। ਨੈਕਸਟ ਕੁਐਸਚਨ ਹੈ ਇੰਪਲੋਇਮੈਂਟ ਐਕਸਚੇਂਜ ਕੰਪਲਸਰੀ ਨੋਟੀਫਿਕੇਸ਼ਨ ਆਫ ਵੈਕੈਂਸੀ ਐਕਟ ਡਜ਼ ਨਾਟ ਅਪਲਾਈ ਇਨ ਰਿਲੇਸ਼ਨ ਟੂ ਵੈਕੈਂਸੀ ਇਨ ਐਨੀ ਇੰਪਲੋਇਮੈਂਟ, ਠੀਕ ਹੈ। ਇੰਪਲੋਇਮੈਂਟ ਐਕਸਚੇਂਜ ਦੇ ਵਿੱਚ ਜਿਹੜੇ ਨੋਟੀਫਿਕੇਸ਼ਨ ਪਾਸ ਕੀਤੇ ਜਾਂਦੇ ਨੇ ਵੈਕੈਂਸੀਜ਼ ਵਾਸਤੇ ਐਕਟ 1959 ਦੇ ਅਕੋਰਡਿੰਗ ਉਹ ਅਪਲਾਈ ਨਹੀਂ ਹੁੰਦੇ ਕਿਹਦੇ ਵਿੱਚ, ਰਿਲੇਸ਼ਨ ਟੂ ਵੈਕੈਂਸੀ ਇਨ ਐਨੀ ਇੰਪਲੋਇਮੈਂਟ। ਤਾਂ ਇਹ ਕਿਹਦੇ ਵਿੱਚ ਆਉਂਦੇ ਨੇ 210, ਤਾਂ ਇਹ ਆਉਂਦੇ ਨੇ ਸਾਰੇ ਇਨ ਡੋਮੈਸਟਿਕ ਸਰਵਿਸ ਟੂ ਡੂ ਅਨਸਕਿਲਡ ਆਫਿਸ ਵਰਕ ਕਨੈਕਟਡ ਵਿਦ ਦੀ ਸਟਾਫ ਐਂਡ ਪਾਰਲੀਮੈਂਟ ਵਰਕ ਜਾਂ ਫਿਰ ਆਲ ਆਫ ਦਿਸ। ਤਾਂ ਇਹਦਾ ਕਰੈਕਟ ਆਨਸਰ ਕੀ ਹੈ ਆਲ ਆਫ ਦਿਸ। ਉਸ ਤੋਂ ਬਾਅਦ ਇੰਪਲੋਈਜ਼, ਇਹ ਆਪਾਂ ਪਹਿਲਾਂ ਵੀ ਕਰਕੇ ਆਏ ਸੀ। ਇੰਪਲੋਇਰ ਦਾ ਜਿਹੜਾ ਹੈਗਾ ESI ਦੇ ਵਿੱਚ ਜਿਹੜੇ ਹੈਗੇ ESI ਸਕੀਮ ਦੇ ਵਿੱਚ 3-4 ਸਕੀਮ ਨੇ, ESI ਹੋ ਗਈ, ਪ੍ਰੋਵੀਡੈਂਟ ਫੰਡ ਹੋ ਗਈ, ਗ੍ਰੈਜੂਏਟੀ ਹੋ ਗਈ, ਠੀਕ ਹੈ ਜੀ। ਤਾਂ ਇਹ ਧਿਆਨ ਰੱਖਣਾ ਕਿ ਕੀ ਪੁੱਛਿਆ ਗਿਆ ESI ਦੇ ਵਿੱਚ ਪੁੱਛਿਆ ਗਿਆ ਉਹ ਵੀ ਇੰਪਲੋਇਰ ਦਾ, ਇਹ ਇੰਪਲੋਈਜ਼ ਦਾ ਹੀ ਪੁੱਛ ਲੈਂਦੇ ਨੇ, ਇੰਪਲੋਇਰ ਦਾ ਹੀ ਪੁੱਛ ਲੈਂਦੇ ਨੇ, ਠੀਕ ਹੈ। ਤਾਂ ਇੰਪਲੋਇਰ ਦਾ ਜੇਕਰ ਇੱਥੇ ਪੁੱਛਿਆ ਗਿਆ ਤਾਂ ਉਹ ਕਿੰਨਾ 4.75%। ਡੈਸ਼ ਐਬਜ਼ੋਰਬਸ ਦੀ ਇੰਪਲੋਇਰ ਲਾਇਬਿਲਿਟੀ ਅੰਡਰ ਦੀ ਮੈਟਰਨਿਟੀ ਬੈਨੀਫਿਟ ਐਕਟ ਦਾ ਵਰਕਮੈਨ ਕੰਪਨਸੇਸ਼ਨ ਐਕਟ, ਠੀਕ ਹੈ। ਕਿਹੜਾ ਇਹਨਾਂ ਵਿੱਚੋਂ ਜਿਹੜਾ ਹੈਗਾ ਮੈਟਰਨਿਟੀ ਬੈਨੀਫਿਟ ਜਿਹੜਾ ਪ੍ਰੋਵਾਈਡ ਕਰਦਾ ਕਿਹੜਾ ਐਕਟ ਹੈ ਉਹ, ਤਾਂ ਉਹ ਹੈਗਾ ਇੰਪਲੋਈ ਸਟੇਟ ਇੰਸ਼ੋਰੈਂਸ ਐਕਟ, ਠੀਕ ਹੈ। ਹਰ ਇੱਕ ਬੰਦੇ ਦੀ ਜਿਹੜੀ ਹੈਗੀ ਇੰਸ਼ੋਰੈਂਸ ਕੀਤੀ ਜਾਂਦੀ ਹੈ, ਚਾਹੇ ਮੇਲ ਹੈ ਚਾਹੇ ਫੀਮੇਲ ਹੈ, ਤਾਂ ਉਹਦੇ ਅਕੋਰਡਿੰਗ ਉਹਨੂੰ ਮੈਟਰਨਿਟੀ ਬੈਨੀਫਿਟ ਮਿਲਦਾ ਹੈ। ਤਾਂ ਇੰਪਲੋਇਰ ਵੈਲਫੇਅਰ ਫੈਸਿਲਿਟੀ ਅਵੇਲੇਬਲ ਆਊਟਸਾਈਡ ਦੀ ਆਰਗੇਨਾਈਜੇਸ਼ਨ, ਜੇਕਰ ਆਊਟਸਾਈਡ ਹੈ ਇੱਕ ਇਨਸਾਈਡ ਵੀ ਪੁੱਛ ਲੈਂਦੇ ਨੇ ਤੇ ਆਊਟਸਾਈਡ ਵੀ, ਜੇਕਰ ਆਊਟਸਾਈਡ ਪੁੱਛੇ ਤਾਂ ਐਕਸਟਰਾ, ਜੇਕਰ ਇਨਸਾਈਡ ਪੁੱਛੇ ਤਾਂ ਇੰਟਰਾ। ਦ ਇੰਪਲੋਇਰ ਵੈਲਫੇਅਰ ਫੈਸਿਲਿਟੀ ਅਵੇਲੇਬਲ ਇਨਸਾਈਡ ਹੁਣ ਆ ਗਿਆ ਇਨਸਾਈਡ ਵਾਲਾ, ਤਾਂ ਇਹਦਾ ਕੀ ਲਾਉਂਗੇ ਤੁਸੀਂ ਇੰਟਰਾਮਿਊਰਲ। ਨੈਕਸਟ ਹੈ ਹੂ ਅਮੰਗ ਦੀ ਫਲੋਇੰਗ ਐਜ਼ ਦ ਰਿਸਪੌਂਸਿਬਿਲਿਟੀ ਫॉर ਇੰਪਲੋਇਰ ਵੈਲਫੇਅਰ ਦੀ ਰਿਸਪੌਂਸਿਬਿਲਿਟੀ ਜਿਹੜੀ ਹੈਗੀ ਕਿਹਦੇ ਕੋਲ ਹੁੰਦੀ ਹੈ, ਤਾਂ ਉਹ ਹੁੰਦੀ ਹੈ ਸਾਰਿਆਂ ਕੋਲ। ਇੰਪਲੋਇਰ ਵੀ, ਸਟੇਟ ਗਵਰਨਮੈਂਟ ਵੀ ਜਿਹੜਾ ਕੰਮ ਕਰਵਾ ਰਿਹਾ ਇੰਪਲੋਇਰਸ, ਤੇ ਸੈਂਟਰਲ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਜਿਹੜੀ ਸਟੇਟ ਦੇ ਵਿੱਚ ਫੈਕਟਰੀ ਹੈ ਤੇ ਸੈਂਟਰਲ ਗਵਰਨਮੈਂਟ ਤਾਂ ਕਰੂਗੀ। ਉਸ ਤੋਂ ਬਾਅਦ ਇਨ ਦੀ ਐਬਸੈਂਸ ਆਫ ਸੈਚੂਰੇਟਰੀ ਰਿਕਰੂਟਮੈਂਟ ਆਫ ਦੀ employer may not provide even the basic facility to the employee, this is basic assumptions of the, यानी कि ਜਿਹੜੇ ਵੀ employees ਉੱਥੇ ਕੰਮ ਕਰ ਰਹੇ ਨੇ ਉਹਨਾਂ ਨੂੰ ਜਿਹੜੀ ਬੇਸਿਕ ਨੈਸੈਸਿਟੀ ਹੈ, ਬੇਸਿਕ ਫੈਸਿਲਿਟੀ ਹੈ ਉਹ ਦੇਣੀ ਬਣਦੀ ਹੈ, ਠੀਕ ਹੈ। ਜਿਵੇਂ ਕਿ ਪਾਣੀ ਹੋ ਗਿਆ, ਚਾਹ ਹੋ ਗਿਆ ਟਾਈਮ ਟੂ ਟਾਈਮ, ਜੇਕਰ ਉਹਦੇ ਵਿੱਚ ਜ਼ਿਆਦਾ ਵਰਕਰ 250 ਤੋਂ ਜ਼ਿਆਦਾ ਵਰਕਰ ਕੰਮ ਕਰ ਰਹੇ ਨੇ ਤਾਂ ਕੈਂਟੀਨ ਵੀ ਹੋਣੀ ਚਾਹੀਦੀ ਹੈ। ਜੇਕਰ 100 ਤੋਂ ਜ਼ਿਆਦਾ ਕੰਮ ਕਰ ਰਹੇ ਨੇ ਤਾਂ ਇਨਵਾਇਰਨਮੈਂਟ ਫਰੈਂਡਲੀ ਦਰਖਤ ਜਿਹੜੇ ਹੈਗੇ ਨੇ ਹੋਣੇ ਚਾਹੀਦੇ ਨੇ, ਹੁਣੇ ਆਪਾਂ ਜਿਹੜੇ ਹੈਗੇ ਨੇ ਕਰਕੇ ਆਏ ਹਾਂ, ਠੀਕ ਹੈ। ਤਾਂ ਇਹ ਸਾਰਾ ਕੀ ਇਹਦੇ ਵਿੱਚ ਆਉਂਦਾ, ਇਹ ਆਉਂਦਾ ਪੋਲਿਸੀ ਥਿਊਰੀ ਦੇ ਵਿੱਚ। ਅਕੋਰਡਿੰਗ ਟੂ ਵਿਚ ਥਿਊਰੀ, ਹੁਣ 4 ਤਰ੍ਹਾਂ ਦੀ ਪਾਲਿਸੀਆਂ ਨੇ, ਰਿਲੀਜੀਅਸ ਪਾਲਿਸੀ, ਪੋਲਿਸਿੰਗ ਥਿਊਰੀ, ਅਪੀਜ਼ਮੈਂਟ ਥਿਊਰੀ ਤੇ ਬੈਨੋਵਲੈਂਸ ਥਿਊਰੀ। ਇਹਦੇ ਵਿੱਚ ਕੀ ਹੁੰਦੇ ਨੇ ਜਿਹੜੇ ਬੇਸਿਕ ਫੈਸਿਲਿਟੀ ਉਹ ਆ ਜਾਂਦੀ ਹੈ ਪੋਲਿਸਿੰਗ ਥਿਊਰੀ ਦੇ ਵਿੱਚ। ਹੁਣ ਇੰਪਲੋਈ ਦਾ ਵੈਲਫੇਅਰ ਇਨਵੈਸਟਮੈਂਟ ਮਲਟੀਪਲ ਵੁੱਡ ਮਲਟੀਪਲਾਈਂਗ ਦਾ ਰਿਟਰਨ ਟੂ ਦ ਇੰਪਲੋਈ ਇਨ ਸਮ ਅਦਰ ਫਾਰਮਸ, ਇਹ ਕਿਹਦੇ ਵਿੱਚ ਆਉਂਦੇ ਨੇ, ਇੰਪਲੋਇਰ ਦਾ ਵੈਲਫੇਅਰ ਜਿਹੜੀ ਸਕੀਮਸ ਨੇ ਕਿਹਦੇ ਵਿੱਚ ਆ ਜਾਂਦੀਆਂ ਨੇ, ਇਹ ਆ ਜਾਂਦੀਆਂ ਨੇ ਰਿਲੀਜੀਅਸ ਥਿਊਰੀ ਦੇ ਵਿੱਚ, ਠੀਕ ਹੈ। 2 ਥਿਊਰੀਆਂ ਦੇਖ ਲਿਓ, ਠੀਕ ਹੈ। ਤੇ ਦਾ ਮਿਨੀਮਮ ਥ੍ਰੈਸ਼ਹੋਲਡ ਟੂ ਇਨੀਸ਼ੀਏਟ ਇਨਸੋਲਵੈਂਸੀ ਪ੍ਰੋਸੀਡਿੰਗ ਰਿਲੇਟਡ ਟੂ IBC, ਮਿਨੀਮਮ ਜਿਹੜੀ ਹੈਗੀ ਹੈ ਕਿੰਨੇ ਅਮਾਊਂਟ ਜਿਹੜੀ ਹੈਗੀ ਹੈ ਹੋਣੀ ਚਾਹੀਦੀ ਹੈ ਰਿਲੇਟਡ ਟੂ IBC ਉਹਨੂੰ ਜਾਇਜ਼ ਕਰਨ ਦੇ ਵਿੱਚ। ਤੇ ਜਿਹੜਾ ਕਰੈਕਟ ਆਨਸਰ ਕੀ ਹੈ 1 ਕਰੋੜ ਰੁਪਇਆ। ਇਹ ਲਾਸਟ ਕੁਐਸਚਨ ਹੈ, ਦਾ ਫੈਕਟਰੀ ਇੰਪਲੋਇੰਗ ਮੋਰ ਦੈਨ 1000 ਵਰਕਰ ਜੇਕਰ ਕੰਮ ਕਰ ਰਹੇ ਨੇ ਆਰ ਰਿਕੁਆਇਰਡ ਟੂ ਸਬਮਿਟ देयर ਪਲਾਨ ਫॉर्म ਅਪਰੂਵਲ ਟੂ, ਤਾਂ ਅਪਰੂਵਲ ਦੇ ਸਕਦੇ ਨੇ ਕਿਸ ਚੀਜ਼ ਨੂੰ। ਇਹ ਜਿਹੜਾ ਕਰੈਕਟ ਆਨਸਰ ਹੈ ਚੀਫ ਇੰਸਪੈਕਟਰ ਆਫ ਦੀ ਫੈਕਟਰੀਜ਼, ਠੀਕ ਹੈ।
ਇਹ ਸੀਗੇ ਜੀ ਆਪਣੇ ਕੁਐਸਚਨ ਜਿਹੜੇ ਕਿ ਆਪਾਂ ਕੰਪਲੀਟ ਕਰ ਲਏ। ਸਾਰੇ ਕੁਐਸਚਨ ਆਪਣੇ ਖਤਮ ਹੋ ਗਏ। 220 ਕੁਐਸਚਨ ਸੀਗੇ। 220 ਤੇ 220 ਆਪਾਂ 3 ਵੀਡੀਓ ਦੇ ਵਿੱਚ ਜਿਹੜੀ ਹੈਗੇ ਉਹ ਆਪਾਂ ਨੇ ਕਵਰ ਕਰ ਲਿਆ। ਤੇ ਇਹ ਆਪਣਾ ਇੰਡਸਟਰੀਅਲ ਪ੍ਰੋਮੋਸ਼ਨ ਐਂਡ ਡਿਵੈਲਪਮੈਂਟ ਵਾਲਾ ਸਾਰਾ ਜਿਹੜਾ ਹੈਗਾ ਰੂਲਸ ਐਂਡ ਰੈਗੂਲੇਸ਼ਨ ਵਾਲਾ ਟੌਪਿਕ ਖਤਮ ਹੋ ਜਾਂਦਾ ਹੈ। ਠੀਕ ਹੈ ਜੀ, ਮਿਲਦੇ ਆ ਆਪਾਂ ਨੈਕਸਟ ਵੀਡੀਓ ਵਿੱਚ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ। ਥੈਂਕ ਯੂ। ਕੱਲ ਨੂੰ ਆਪਾਂ ਬਾਕੀ ਜਿਹੜੇ ਆਪਣੇ ਰਹਿ ਗਏ ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਜਿਹੜੇ ਹੈਗੇ ਨੇ ਉਹ ਕਵਰ ਕਰਾਂਗੇ। ਜਿਵੇਂ ਕਿ ਆਪਣੇ ਕੁਝ ਕਸਟਮਸ ਰਹਿ ਗਏ, ਐਕਸਾਈਜ਼ ਰਹਿ ਗਏ, ਲਾਇਸੈਂਸ ਕਿਹੜੇ ਉਹ ਰਹਿ ਗਏ ਆਪਣੇ, ਤੇ ਇੰਡੀਅਨ ਇਕਨੋਮੀ ਆਫ ਪੰਜਾਬ ਦਾ ਤੁਸੀਂ ਕਰੇ ਲਓਗੇ ਇੰਡੀਅਨ ਇਕਨੋਮੀ, ਉਹ ਆਪਾਂ ਨੈਕਸਟ ਵਾਲੇ ਦੇ ਵਿੱਚ ਕਰਾਂਗੇ। ਥੈਂਕ ਯੂ।